बिस्मिल्लाहिर्रहमानिर्रहीम। अस्सलाम वालेकुम व रहमतुल्लाहि व बरकातहू। की हाल चाल है जी? ठीक ठाक हो? उम्मीद है अल्लाह ताला के हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए, अल्लाह ताला सब नूं अपने हिफ्ज़ो ईमान दे विच रखे। अज दे व्लॉग दे विच मैं तुहानूं एक सबक अमोज़ वाक़या सुणाउण लगा कि आ जिहड़ी नौजवान नस्ल आ ना नवीं, इहदे वास्ते एक इहदे विच नसीहत आ जिहड़ी सोशल मीडिया दा बहुत ज़्यादा इस्तेमाल करदी आ। इस वाक़े नूं जरूर बड़े गौर दे नाल सुनना। ये वाक़या यकम मई दा हाफिजाबाद फरूक आजम रोड दा आ कि दो डाकू घर दे विच आंदे ने, आके ते मां नूं और बेटी नूं गोलियां दे नाल भुन के ते चले जांदे ने। उन्हां दा की कसूर सी विचारियां दा कि उन्हां दोनां नूं मरवा दिता गया। ਉਹਦੀ मुकम्मल तफसीलात अज की इस वीडियो दे विच मैं तुहाडे नाल शेयर करांगा। ਇਹ वाक़या यकम मई ਦਾ हाफिजाबाद शहर ਦਾ ਆ। ਫਰੂਕ ਆਜ਼ਮ ਰੋਡ ਤੇ ਇੱਕ ਫੈਮਿਲੀ ਰਹਿੰਦੀ ਆ। ਉਸ ਫੈਮਿਲੀ ਦੀ ਸਰਬਰਾਹ ਹੁੰਦੀ ਆ ਰਜ਼ੀਆ। ਉਹਦਾ ਖਾਮਦ ਸ਼ੌਹਰ ਜਿਹੜਾ ਨਾ ਸ਼ਹਬਾਜ਼, ਉਹ ਫੌਤ ਹੋ ਗਿਆ ਹੁੰਦਾ। ਰਜ਼ੀਆ ਦੀ ਇੱਕੋ ਬੇਟੀ ਆ ਜਿਹਦਾ ਨਾਮ ਹੁੰਦਾ ਫਰਜ਼ੀਨ ਜ਼ੈਨਬ, ਤੇ ਉਹਦੀ ਉਮਰ ਹੁੰਦੀ ਆ 16 ਸਾਲ। ਉਹਦੀ ਬੇਟੀ ਜਿਹੜੀ ਆ ਫਰਜ਼ੀਨ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੀ ਆ और सारा सारा दिन सोशल मीडिया ते लगे रहना। सोशल मीडिया के जरिए ਉਹਦੀ एक मोइज नामी लड़के दे नाल दोस्ती हो जाती है। बस फिर वो सारा दिन वो मोइज दे नाल गपशप करती रहती है। उस तो बाद ये गपशप जिहड़ी आ हौली हौली प्यार मुहब्बत दे विच तब्दील हो जाती है। उस तो बाद फरजीन ते मोइज इन्ना अगे वध गए कि उन्होंने कहा कि हुण आपां शादी कर लईए, शादी तो बगैर आपां नहीं रह सकते। ਇਹ ਜਿਹੜਾ ਮੋਇਜ਼ ਸੀ ਇਟਲੀ ਕੰਮ ਕਰਦਾ ਸੀ। ਫਰਜ਼ੀਨ ਤੇ ਮੋਇਜ਼ 2 ਸਾਲ ਤੋਂ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਦੂਜੇ ਨਾਲ ਰਾਬਤੇ ਦੇ ਵਿੱਚ ਸੀ। ਹੁਣ ਫਰਜ਼ੀਨ ਕਹਿੰਦੀ ਆ ਕਿ ਤੂੰ ਇਟਲੀ ਤੋਂ ਵਾਪਸ ਆ ਜਾ, ਆ ਕੇ ਤੇ ਆਪਾਂ ਸ਼ਾਦੀ ਕਰਾ ਲਈਏ। ਤੇ ਲੇਕਿਨ ਫਰਜ਼ੀਨ ਕਹਿੰਦੀ ਆ ਕਿ ਇਹ ਸ਼ਾਦੀ ਉਸ ਵੇਲੇ ਹੋਏਗੀ ਕਿ ਜਦੋਂ ਤੂੰ ਮੇਰੀ ਅੰਮੀ ਨੂੰ ਮਨਾਏਗਾ ਔਰ ਉਹਨੂੰ ਦੱਸੇਗਾ ਕਿ ਮੈਂ ਤੈਨੂੰ ਇਟਲੀ ਨਾਲ ਹੀ ਲੈ ਜਾਵਾਂਗਾ, ਕਿਉਂਕਿ ਮੇਰੀ ਅੰਮੀ ਜਿਹੜੀ ਬੜੀ ਸਖਤ ਆ। ਉਹਨੇ ਇਹ ਨਹੀਂ कहना कि तू शादी करवा के तेन इत्थे छड़ जा, आप इटली चल जा। उन्हें कहा नहीं, मैं तेन शादी करवा के इटली लैके जावांगा। हुण मोइज जिहड़ा छुट्टी लैके पाकिस्तान आ गया। आके ते इहदी अम्मी नूं मिलदा। इहदी अम्मी जिहड़ी आ वेखदी आ कि लड़का चंगा आ ते खूबसूरत आ, ਉਹ शादी दी हामी भर लैंदी आ। बस फिर वो जिहड़ा मोइज आ दसदा कि मैनूं मेरे चाचे ने पालिया, मेरा अम्मी अब्बा कोई नहीं हैगा ਤੇ ਮੈਂ ਇਸ ਤਰ੍ਹਾਂ ਇੱਕ ਸਾਦਗੀ ਦੇ ਨਾਲ ਸ਼ਾਦੀ ਕਰਨੀ, ਨਿਕਾਹ ਕਰਨਾ। ਉਹ ਰਜ਼ੀਆ ਜਿਹੜੀ ਆ ਫਰਜ਼ੀਨ ਦੀ ਅੰਮੀ, ਉਹ ਕਹਿੰਦੀ ਠੀਕ ਆ। ਉਹ ਇਸ ਤਰ੍ਹਾਂ ਫਿਰ ਇਹ ਸਾਦਗੀ ਦੇ ਨਾਲ ਇੱਕ ਸ਼ਾਦੀ ਹੋਈ। ਇਹਦੇ ਵਿੱਚ ਜ਼ਿਆਦਾ ਬੰਦਿਆਂ ਨੂੰ ਨਹੀਂ ਸੱਦਿਆ ਗਿਆ। ਉਸ ਤੋਂ ਬਾਅਦ ਜਿਸ ਵੇਲੇ ਸ਼ਾਦੀ ਹੋ ਜਾਂਦੀ ਆ, ਹੁਣ ਮੋਇਜ਼ ਇੱਕ ਕਿਰਾਏ ਦਾ ਮਕਾਨ ਲੈਂਦਾ, ਲੈ ਕੇ ਤੇ ਫਰਜ਼ੀਨ ਨੂੰ ਉਸ ਮਕਾਨ ਦੇ ਵਿੱਚ ਰੱਖਦਾ। ਆਸਤਾ ਆਸਤਾ ਫਰਜ਼ੀਨ ਨੂੰ ਮੋਇਜ਼ ਦੀ ਸਾਰੀ ਹਕੀਕਤ ਜਿਹੜੀ ਆ ਖੁੱਲਦੀ ਜਾ ਰਹੀ ਆ कि फरजीन ने देखा कि मोइज हफ्ते दे विच 2 दिन गायब रहिंदा। वो किहड़ी जगह ते जांदा। वो पुछदी आ मोइज नूं कि तूं हफ्ते दे विच 2 दिन गायब रहिंदा ते 5 दिन जिहड़ा ओह तूं मेरे कोल रहिंदा, 2 दिन कित्थे रहिंदा? वो कहंदा कि मैं दोस्तां कोल जाना, उत्थे गपशप मारदा उन्हां कोल। ते फरजीन जिहड़ी आ अपनी अम्मी और खालू इसहाक दे नाल ਗੱਲ ਕਰਦੀ ਆ। ਖਾਲੂ ਇਸਾਕ ਜਿਹੜਾ ਇੱਕ ਬੰਦਾ ਹਾਇਰ ਕਰਦਾ, ਉਹਨੂੰ ਰੈਕੀ ਤੇ ਲਾਉਂਦਾ, ਉਹਨੂੰ ਪੈਸੇ ਦਿੰਦਾ ਕਿ ਇਹ 2 ਦਿਨ ਚੈੱਕ ਕਰ ਕਿੱਥੇ ਜਾਂਦਾ ਮੋਇਜ਼। ਉਸ ਬੰਦੇ ਨੇ ਰੈਕੀ ਕੀਤੀ, ਚੈੱਕ ਕੀਤਾ ਕਿ ਉਹਨੇ ਦੱਸਿਆ ਕਿ ਇਹਦਾ ਸ਼ਰਕਪੁਰ ਦੇ ਵਿੱਚ ਇੱਕ ਘਰ ਆ ਔਰ ਇਹ ਸ਼ਾਦੀशुदा ਆ, ਇਹਦੇ ਉੱਥੇ ਬੱਚੇ ਵੀ ਆ ਮੋਇਜ਼ ਦੇ। ਤੇ ਇਹ ਗੱਲ ਜਿਸ ਵੇਲੇ ਫਰਜ਼ੀਨ ਔਰ ਉਹਦੀ ਅੰਮੀ ਨੇ ਸੁਣੀ ਤੇ ਉਹ ਬਹੁਤ ਪਰੇਸ਼ਾਨ ਹੋਈਆਂ, ਤੰਗ ਰਹਿ ਗਈਆਂ, ਹੈਰਾਨ ਰਹਿ ਗਈਆਂ ਕਿ ਇਹਨੇ ਸਾਡੇ ਨਾਲ ਧੋਖਾ, ਫਰਾਡ ਕੀਤਾ। ਪਹਿਲਾਂ ਇਹਨੇ ਕਿਹਾ ਕਿ ਮੈਂ ਸ਼ਾਦੀशुदा नहीं। ਹੁਣ ਸ਼ਰਕਪੁਰ ਦੇ ਵਿੱਚ ਇਹਦਾ ਆਪਣਾ ਘਰ ਵੀ ਨਿਕਲ ਆਇਆ, ਕੋਠੀ ਵੀ ਨਿਕਲ ਆਈ ਤੇ 2 ਦਿਨ ਹੁਣ ਉਹ ਜਾ ਕੇ ਉਹਨਾਂ ਕੋਲ ਰਹਿੰਦਾ ਸੀ ਤੇ ਬਾਕੀ 5 ਦਿਨ ਫਰਜ਼ੀਨ ਦੇ ਕੋਲ ਗੁਜ਼ਾਰਦਾ ਸੀ। ਜਿਸ ਵੇਲੇ ਹਕੀਕਤ ਖੁੱਲ ਗਈ ਹੌਲੀ ਹੌਲੀ, ਫਿਰ ਇਹਨੇ ਕੰਪਰੋਮਾਈਜ਼ ਕਰਨਾ ਉਹਦੇ ਨਾਲ ਸ਼ੁਰੂ ਕਰਤਾ। ਉਹਨੇ ਕਿਹਾ ਠੀਕ ਆ, ਅਗਰ ਤੂੰ ਸ਼ਾਦੀ ਕੀਤੀ ਹੋਈ ਆ ਕੋਈ ਨਹੀਂ, ਮੈਂ ਕਬੂਲ ਕਰ ਲੈਂਦੀ ਆ ਉਸ ਤੇਰੀ ਬੀਵੀ ਨੂੰ। ਹੁਣ ਇਹ ਜਿਹੜਾ ਨਾ ਮੋਇਜ਼ 6 ਮਹੀਨੇ ਪਾਕਿਸਤਾਨ ਦੇ ਵਿੱਚ ਰਹਿੰਦਾ। ਉਸ ਤੋਂ ਬਾਅਦ ਇਟਲੀ ਵਾਪਸ ਜਿਸ ਵੇਲੇ ਜਾਂਦਾ, ਜਾਣ ਲੱਗਿਆ ਕਹਿ ਜਾਂਦਾ ਕਿ ਮੈਨੂੰ ਥੋੜਾ ਜਿਹਾ ਟਾਈਮ ਦੇ, ਮੈਂ ਇਟਲੀ ਜਾ ਕੇ ਤੇਰੇ ਕਾਗਜ਼ ਤਿਆਰ ਕਰਾਵਾਂ ਔਰ ਤਿਆਰ ਕਰਵਾ ਕੇ ਕਾਗਜ਼ ਤੈਨੂੰ ਮੈਂ ਇਟਲੀ ਭਲਵਾ ਲੈਣਾ।
ਹੁਣ ਮੋਈ ਜਿਹੜਾ ਇਟਲੀ ਚਲੇ ਜਾਂਦਾ, ਜਾ ਕੇ ਤੇ ਉੱਥੇ 8 ਮਹੀਨੇ ਗੁਜ਼ਰ ਗਏ, ਇਹਨੇ ਫਰਜ਼ੀਨ ਦੇ ਕੋਈ ਕਾਗਜ਼ ਨਹੀਂ ਬਣਵਾਏ। ਫਰਜ਼ੀਨ ਰੋਜ਼ ਇਹਨੂੰ ਟੈਲੀਫੋਨ ਕਰਦੀ, ਗੱਪਸ਼ਪ ਲਾਉਂਦੀ WhatsApp ਤੇ, ਕਹਿੰਦੀ ਆ ਕਿ ਤੂੰ ਮੈਨੂੰ ਅਜੇ ਤੱਕ ਨਹੀਂ ਬੁਲਵਾਇਆ, ਕੀ ਕਰਨਾ। ਤੇ ਆਸਤਾ ਆਸਤਾ ਇਹਨਾਂ ਦੇ ਦਰਮਿਆਨ ਇਖਤਲਾਫਾਤ ਸ਼ੁਰੂ ਹੋ ਗਏ ਜੀ। ਫਰਜ਼ੀਨ ਜਿਹੜੀ ਆ ਉਹ ਕਹਿੰਦੀ ਕਿ ਮੈਂ ਹੁਣ ਤੇਰੇ ਕੋਲੋਂ ਤਲਾਕ ਲੈਣੀ, ਖੁੱਲਾ ਲੈਣਾ। ਤੇ ਫਰਜ਼ੀਨ ਜਿਹੜੀ ਆ ਨਾ ਕੇਸ ਕਰ ਦਿੰਦੀ ਆ ਅਦਾਲਤ ਦੇ ਵਿੱਚ। ਤੇ ਕੇਸ ਜਿਸ ਵੇਲੇ ਕਰ ਦਿੰਦੀ ਆ, ਉਹ ਬੜਾ ਸਮਝਾਉਂਦਾ ਕਿ ਮੈਂ ਤੈਨੂੰ ਬੁਲਾ ਲਾਂਗਾ। ਉਹਨੇ ਕਿਹਾ ਨਹੀਂ, ਤੂੰ ਇਤਮਾਦ ਨੂੰ ਠੇਸ ਪਹੁੰਚਾਈ ਆ, ਪਹਿਲਾਂ ਤੂੰ ਮੈਨੂੰ ਝੂਠ ਬੋਲਿਆ ਕਿ ਮੈਂ ਸ਼ਾਦੀशुदा ਨਹੀਂ, ਹੁਣ ਤੂੰ ਮੈਨੂੰ ਲੈ ਕੇ ਵੀ ਕੋਈ ਨਹੀਂ ਜਾਣਾ। ਫਿਰ 8 ਮਹੀਨੇ ਤੱਕ ਉਹਨੇ ਉਹਦਾ ਇੰਤਜ਼ਾਰ ਕੀਤਾ, ਨਾ ਜਦੋਂ ਲੈ ਕੇ ਇਹਨੇ ਅਦਾਲਤ ਦੇ ਵਿੱਚ ਕੇਸ ਕਰਤਾ, ਅਦਾਲਤ ਤੋਂ ਫਿਰ ਇਹਨੂੰ ਤਲਾਕ ਮਿਲ ਜਾਂਦੀ ਹੈ, ਖੁੱਲਾ ਲੈ ਲੈਂਦੀ ਹੈ ਉਹਦੇ ਕੋਲੋਂ। ਮੋਇਜ਼ ਜਿਸ ਵੇਲੇ ਉਹਨੂੰ ਤਲਾਕ ਦੇਣ ਦਾ, ਤੇ ਮੋਇਜ਼ ਹੁਣ ਸੋਚਦਾ ਕਿ ਇਹਨਾਂ ਦਾ ਕੀ ਹੱਲ ਕੀਤਾ ਜਾਵੇ। ਮੋਇਜ਼ ਜਿਹੜਾ ਇਟਲੀ ਦੇ ਵਿੱਚ ਬੈਠਾ ਹੀ, ਉਥੋਂ ਉਹਦਾ ਇੱਕ ਕਜ਼ਨ ਆ ਹਸਨੈਨ ਵੜੈਚ, ਉਹਨੂੰ ਕਹਿੰਦਾ ਕਿ ਯਾਰ ਤੂੰ ਇਸ ਤਰ੍ਹਾਂ ਕਰ ਕਿ ਮੈਂ ਤੈਨੂੰ ਪੈਸੇ ਦਿੰਦਾ, ਕੋਈ ਸ਼ੂਟਰ ਜਿਹੜਾ ਨਾ ਕੋਈ ਤਾੜ ਕੋ ਲੱਭ ਤੇ ਉਹਨੂੰ ਪੈਸੇ ਦੇ ਤੇ ਇਹਨਾਂ ਦੋਨਾਂ ਨੂੰ ਮਰਵਾ ਦੇ, ਮਾਂ ਨੂੰ ਵੀ ਔਰ ਉਹਦੀ ਬੇਟੀ ਫਰਜ਼ੀਨ ਨੂੰ ਵੀ। ਹਸਨੈਨ ਵੜੈਚ ਜਿਹੜਾ ਕੋਈ ਸ਼ੂਟਰ ਲੱਭਦਾ, ਉਹਨੂੰ ਪੈਸੇ ਦਿੰਦੇ ਨੇ। ਉਹ ਸ਼ੂਟਰ ਜਿਹੜਾ ਸੀ, ਜਿਸ ਵੇਲੇ ਉਹਨੂੰ ਪੈਸੇ ਦਿੱਤੇ, ਉਹਨੂੰ ਦੱਸਿਆ ਗਿਆ ਕਿ ਤੂੰ ਇਸਾਕ ਇਸ ਫਰਜ਼ੀਨ ਦਾ ਖਾਲੂ ਆ, ਉਹਦੇ ਘਰ ਜਾਣਾ, ਜਾ ਕੇ ਤੇ ਤੂੰ ਉੱਥੇ ਬੁਲਾ। ਉਹ ਡਾਕੂ ਜਿਹੜੇ ਨੇ ਇਸਾਕ ਦੇ ਘਰ ਜਾਂਦੇ ਨੇ, ਜਾ ਕੇ ਤੇ ਇਸਾਕ ਨੂੰ ਔਰ ਉਹਦੀ ਬੀਵੀ ਨੂੰ ਫੜ ਲੈਂਦੇ ਨੇ, ਪਿਸਟਲ ਕੰਨ ਪੱਟੀ ਤੇ ਰੱਖ ਲੈਂਦੇ ਨੇ। ਕਹਿੰਦੇ ਨੇ ਤੂੰ ਇਸ ਤਰ੍ਹਾਂ ਕਰ ਕਿ ਆਪਣੀ ਸਾਲੀ ਨੂੰ ਔਰ ਉਹਦੀ ਬੱਚੀ ਨੂੰ ਫੋਨ ਕਰਕੇ ਫੌਰੀ ਘਰ ਪਹੁੰਚ, ਤੇਰੀ ਜਿਹੜੀ ਭੈਣ ਆ ਨਾ ਉਹ ਬਹੁਤ ਬਿਮਾਰ ਆ, ਜਲਦੀ ਆ। ਇਸਾਕ ਨੂੰ ਜਿਸ ਵੇਲੇ ਫੜ ਲਿਆ, ਇਸਾਕ ਕਹਿੰਦਾ ਤੁਸੀਂ ਜੋ ਕੁਝ ਲੁੱਟਣਾ ਲੁੱਟ ਲਓ, ਡਕੈਤੀ ਕਰਨ ਆਏ ਹੋ ਤੇ ਉਹਨਾਂ ਨੂੰ ਕਿਉਂ ਬੁਲਾਉਂਦੇ ਹੋ। ਤੇ ਅੱਗੋਂ ਡਾਕੂ ਕਹਿਣ ਲੱਗੇ ਕਿ ਖਬਰਦਾਰ ਜਿੰਨੀ ਤੈਨੂੰ ਗੱਲ ਕਹੀ ਆ ਤੂੰ ਉਹਨਾਂ ਕੰਮ ਕਰ। ਤੇ ਉਹ ਫੌਰੀ ਫੋਨ ਕੱਢਦਾ ਤੇ ਆਪਣੀ ਸਾਲੀ ਰਜ਼ੀਆ ਨੂੰ ਫੋਨ ਕਰਦਾ ਕਿ ਤੇਰੀ ਭੈਣ ਬਹੁਤ ਬਿਮਾਰ ਆ, ਫੌਰੀ ਪਹੁੰਚ। ਰਜ਼ੀਆ ਜਿਹੜੀ ਆਪਣੀ ਬੱਚੀ ਫਰਜ਼ੀਨ ਨੂੰ ਲੈ ਕੇ, ਜਿਹਦੀ ਉਮਰ 16 ਸਾਲ ਹੁੰਦੀ ਆ, ਉੱਥੇ ਪਹੁੰਚਦੀ ਹੈ। ਜਿਸ ਵੇਲੇ ਦਰਵਾਜ਼ਾ ਖੜਕਾਉਂਦੇ ਆ ਤੇ ਅੰਦਰ ਜਾਂਦੇ ਆ, ਤੇ ਉਹ ਡਾਕੂ ਹੁੰਦੇ, ਉਹ ਡਾਕੂ ਉਹਨਾਂ ਦੋਨਾਂ ਨੂੰ ਫੜ ਲੈਂਦੇ ਨੇ। ਬਸ ਫਿਰ ਜਿਸ ਵੇਲੇ ਡਾਕੂਆਂ ਨੇ ਫੜਿਆ ਉਹਨਾਂ ਦੋਨਾਂ ਨੂੰ, ਤੇ ਇਹ 1 ਮਈ ਦਾ ਵਾਕਿਆ, ਰਾਤ ਨੂੰ 1 ਵਜੇ ਦਾ। ਫਰਜ਼ੀਨ ਨੂੰ 4 ਗੋਲੀਆਂ ਮਾਰੀਆਂ ਔਰ ਉਹਦੀ ਅੰਮੀ ਰਜ਼ੀਆ ਨੂੰ 2 ਗੋਲੀਆਂ ਮਾਰੀਆਂ। ਮਾਰ ਕੇ ਤੇ ਡਾਕੂ ਦੌੜ ਜਾਂਦੇ ਨੇ। ਉਸ ਤੋਂ ਬਾਅਦ ਫਿਰ 15 ਤੇ ਕਾਲ ਹੁੰਦੀ ਹੈ, ਹਿਸਾਬ ਕਰਦਾ, ਪੁਲਿਸ ਆਂਦੀ ਆ। ਪੁਲਿਸ ਜਿਹੜੀ ਆ ਫਿਰ ਇਹਨਾਂ ਨੂੰ ਚੁੱਕਦੀ ਆ, ਹਸਪਤਾਲ ਲੈਂਦੀ ਆ, ਫਿਰ ਇਹਨਾਂ ਨੂੰ ਦਾਖਲ ਕਰਾ ਦਿੰਦੀ ਆ, ਇਹਨਾਂ ਦਾ ਬਿਆਨ ਲੈਂਦੀ ਆ। ਔਰ ਉਸ ਬਿਆਨ ਤੋਂ ਫਿਰ ਪੁਲਿਸ ਜਿਹੜੀ ਆ CCTV ਕੈਮਰਿਆਂ ਦੇ ਜ਼ਰੀਏ ਉਹਨਾਂ ਡਾਕੂਆਂ ਤੱਕ ਪਹੁੰਚ ਜਾਂਦੀ ਹੈ, ਉਹਨਾਂ ਡਾਕੂਆਂ ਨੂੰ ਪਕੜ ਲੈਂਦੀ ਆ। ਪੁਲਿਸ ਪੁੱਛਦੀ ਆ, ਤਫਤੀਸ਼ ਕਰਦੀ ਆ। ਉਹ ਡਾਕੂ ਕਹਿੰਦੇ ਨੇ ਸਾਨੂੰ ਜਿਹੜਾ ਨਾ ਹਾਇਰ ਕੀਤਾ ਗਿਆ ਸੀ, ਪੈਸੇ ਦਿੱਤੇ ਗਏ ਸੀ, ਅਸੀਂ ਤਾਂ ਸ਼ੂਟਰ ਹਾਂ। ਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਹਸਨੈਨ ਵੜੈਚ ਨੇ ਇਸ ਤਰ੍ਹਾਂ ਪੈਸੇ ਦਿੱਤੇ। ਹਸਨੈਨ ਵੜੈਚ ਨੂੰ ਪੁੱਛਿਆ, ਉਹਨੇ ਕਿਹਾ ਕਿ ਮੈਨੂੰ ਮੋਇਜ਼ ਨੇ ਕਿਹਾ ਸੀ ਕਿ ਇਹਨਾਂ ਦੋਨਾਂ ਨੂੰ ਮਰਵਾ ਦੇ। ਤੇ ਹੁਣ ਇਸ ਕੇਸ ਦਾ ਫੈਸਲਾ ਅੱਗੇ ਜਾ ਕੇ ਹੋਏਗਾ ਕਿ ਕੀ ਬਣਦਾ, ਕਿਸ ਤਰ੍ਹਾਂ ਹੁੰਦਾ। ਆਇਆ ਮੋਇਜ਼ ਨੂੰ ਇਟਲੀ ਤੋਂ ਬੁਲਾਉਂਦੇ ਨੇ ਜਾਂ ਨਹੀਂ ਬੁਲਾਉਂਦੇ, ਤੇ ਕਿਸ ਤਰ੍ਹਾਂ ਉਹਨੂੰ ਸਜ਼ਾ ਦਿੱਤੀ ਜਾਏਗੀ। ਤੇ ਇਹ ਮਾਂ ਜਿਹੜੀ ਰਜ਼ੀਆ ਔਰ 16 ਸਾਲਾ ਫਰਜ਼ੀਨ ਆ, ਇਹ ਦੋਨੋਂ ਹਸਪਤਾਲ ਦੇ ਵਿੱਚ ਦਾਖਲ ਨੇ। ਉਹਨਾਂ ਦਾ ਇਲਾਜ ਮੁਆਲਜਾ ਚੱਲ ਰਿਹਾ ਸੀ ਤੇ ਹੁਣ ਉਹ ਦੋਨੋਂ ਠੀਕ ਨੇ। ਗੱਲ ਇਹ ਆ ਕਿ ਮਾਰਨੇ ਵਾਲੇ ਨਾਲੋਂ ਬਚਾਉਣੇ ਵਾਲਾ ਡਾਢਾ। ਉਹ ਜਿਹੜੀਆਂ ਗੋਲੀਆਂ ਸੀ ਜਿਸਮ ਦੇ ਥੱਲੇ ਵਾਲੇ ਲੱਗੀਆਂ ਸੀ, ਮਾਂ ਨੂੰ ਵੀ ਔਰ ਬੇਟੀ ਨੂੰ ਵੀ, ਤੇ ਅੱਲਾਹ ਤਾਲਾ ਨੇ ਉਹਨਾਂ ਦੋਨਾਂ ਨੂੰ ਬਚਾ ਲਿਆ। ਲੇਕਿਨ ਫਰਜ਼ੀਨ ਜਿਹੜੀ ਆ ਮਾਜ਼ੂਰ ਹੋ ਗਈ ਦੋਨਾਂ ਲੱਤਾਂ ਤੋਂ, ਕਿਉਂਕਿ ਲੱਤਾਂ ਦੇ ਵਿੱਚ ਫਾਇਰ ਮਾਰੇ ਸੀ। ਤੇ ਇਹ ਸੀ ਅੱਜ ਦਾ ਵਾਕਿਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। अस्सलामु अलैकुम व रहमतुल्लाहि।